हेलो एवरीवन। डिस्कस करने जा रहे हैं सैलोइज्म टॉपिक ऑफ रीजनिंग। इस टॉपिक ਤੇ ਬੇਸਡ ਜੋ ਵੀ ਕੁਐਸਚਨ ਐਗਜ਼ਾਮ ਦੇ ਵਿੱਚ ਬਣਦੇ ਹਨ ਐਂਡ ਉਹਨਾਂ ਨੂੰ ਕਿਸ ਤਰੀਕੇ ਨਾਲ ਸੋਲਵ ਕਰਨਾ ਹੈ ਉਹ ਅੱਜ ਆਪਾਂ ਸਭ ਕੁਝ ਇਸ ਵੀਡੀਓ ਦੇ ਵਿੱਚ ਦੇਖਾਂਗੇ। ਤਾਂ ਆਓ ਸਟਾਰਟ ਕਰਦੇ ਹਾਂ ਸੈਲੋਇਜ਼ਮ। ਟੌਪਿਕ ਡਿਸਕਸ ਕਰਨ ਤੋਂ ਪਹਿਲਾਂ ਇਸ ਵੀਡੀਓ ਦੇ ਨੀਚੇ ਸਬਸਕ੍ਰਾਈਬ ਬਟਨ ਐਂਡ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਅਪਕਮਿੰਗ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ। ਡੈਫੀਨੇਸ਼ਨ ਆਫ ਸੈਲੋਇਜ਼ਮ ਦੀ ਗੱਲ ਕਰੀਏ ਫਰੈਂਡਸ ਤਾਂ ਅਰਿਸਟੋਟਲ ਨੇ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਡਿਫਾਈਨ ਕੀਤਾ ਹੈ। ਸੈਲੋਇਜ਼ਮ ਇੱਕ ਉਹ ਪ੍ਰੋਸੈਸ ਹੈ ਜਿਸ ਦੇ ਵਿੱਚ ਆਪਾਂ ਕਨਕਲੂਜਨ ਨੂੰ ਡਿਡਕਟ ਕਰਦੇ ਹਾਂ ਕਿਸੇ ਜਨਰਲ ਸਟੇਟਮੈਂਟ ਐਂਡ ਸਪੈਸੀਫਿਕ ਸਟੇਟਮੈਂਟ ਨੂੰ ਕੰਬਾਈਨ ਕਰਦੇ ਹੋਏ। ਜਿਸ ਤਰ੍ਹਾਂ ਐਗਜ਼ਾਮਪਲ ਦੇ ਲਈ ਤੁਸੀਂ ਦੇਖ ਰਹੇ ਹੋ ਆਲ ਮੈਨ ਆਰ ਗੁੱਡ, ਇਹ ਇੱਕ ਜਨਰਲ ਸਟੇਟਮੈਂਟ ਹੈ। ਰਾਹੁਲ ਇਜ਼ ਏ ਮੈਨ, ਇਹ ਇੱਕ ਸਪੈਸੀਫਿਕ ਸਟੇਟਮੈਂਟ ਹੈ। ਅਗਰ ਦੋਨੋਂ ਨੂੰ ਹੀ ਕੰਬਾਈਨ ਕਰ ਦਿੱਤਾ ਜਾਵੇ ਤਾਂ ਜੋ ਕਨਕਲੂਜਨ ਨਿਕਲ ਕੇ ਆਪਣੇ ਸਾਹਮਣੇ ਆਵੇਗਾ ਉਹ ਇਹ ਹੋਵੇਗਾ ਰਾਹੁਲ ਇਜ਼ ਗੁੱਡ, ਕਿਉਂਕਿ ਰਾਹੁਲ ਇੱਕ ਮੈਨ ਹੈ ਐਂਡ ਆਲ ਜੋ ਮੈਨ ਹਨ ਉਹ ਗੁੱਡ ਹਨ, ਇਸ ਲਈ ਉਹ ਕਨਕਲੂਜਨ ਹੈ ਉਹ ਰਾਹੁਲ ਇਜ਼ ਗੁੱਡ ਬਣ ਗਿਆ। ਤਾਂ ਇਸ ਤਰ੍ਹਾਂ ਦੇ ਕੁਐਸਚਨ ਕੁਝ ਕੁ ਸਟੇਟਮੈਂਟਸ ਦੇ ਕੇ ਆਪਾਂ ਨੂੰ ਕਨਕਲੂਜਨ ਡਿਡਕਟ ਕਰਨ ਦੇ ਲਈ ਐਗਜ਼ਾਮ 'ਚ ਆ ਜਾਂਦੇ ਆ ਫਰੈਂਡਸ। ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਜਨਰਲ ਸਟੇਟਮੈਂਟ ਕੋਈ ਸਪੈਸੀਫਿਕ ਸਟੇਟਮੈਂਟ ਯਾਦ ਨਹੀਂ ਰੱਖਣੀ। ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜੋ ਟ੍ਰਿਕ ਦੱਸਾਂਗੇ ਉਸ ਨੂੰ ਅਪਲਾਈ ਕਰਕੇ ਤੁਸੀਂ ਸਾਰੇ ਕੁਐਸਚਨ ਬਹੁਤ ਹੀ ਈਜ਼ੀਲੀ ਸੋਲਵ ਕਰ ਸਕਦੇ ਹੋ। ਤਾਂ ਆਓ ਸਟਾਰਟ ਕਰਦੇ ਹਾਂ ਸੈਲੋਇਜ਼ਮ। ਹਾਊ ਟੂ ਸੋਲਵ ਸੈਲੋਇਜ਼ਮ। ਫਰੈਂਡਸ ਸੈਲੋਇਜ਼ਮ ਨੂੰ ਸੋਲਵ ਕਰਨ ਲਈ ਕੁਝ ਕੁ ਇੰਪੋਰਟੈਂਟ ਪੁਆਇੰਟਸ ਹਨ ਜੋ ਤੁਸੀਂ ਆਪਣੇ ਮਾਈਂਡ ਦੇ ਵਿੱਚ ਰੱਖਣੇ ਹਨ ਸੋਲਵ ਕਰਨ ਲੱਗੇ। ਜਿਸ ਤਰ੍ਹਾਂ ਫਸਟ ਹੈ ਆਲ ਏ ਆਰ ਬੀ, ਸਮ ਏ ਆਰ ਬੀ, ਨੋ ਏ ਇਜ਼ ਬੀ। ਤਾਂ ਇਹਨਾਂ ਨੂੰ ਆਪਾਂ ਪੁਆਇੰਟਸ ਜਾਂ ਰੂਲਸ ਵੀ ਆਖ ਸਕਦੇ ਹਾਂ ਫਰੈਂਡਸ। ਤਾਂ ਇਸ ਤਰ੍ਹਾਂ 3 ਰੂਲਸ ਹਨ ਜਿਨ੍ਹਾਂ ਨੂੰ ਫੋਲੋ ਕਰਦੇ ਹੋਏ ਤੁਸੀਂ ਸੈਲੋਇਜ਼ਮ ਦੇ ਹਰ ਇੱਕ ਕੁਐਸਚਨ ਨੂੰ ਸੋਲਵ ਕਰ ਸਕਦੇ ਹੋ। ਐਂਡ ਇਹਨਾਂ ਰੂਲਸ ਦੇ ਨਾਲ ਨਾਲ ਵੈਨ ਡਾਇਗਰਾਮਸ ਵੀ ਆਪਾਂ ਡਰਾ ਕਰਾਂਗੇ ਜਿਸ ਦੇ ਨਾਲ ਕੁਐਸਚਨ ਸੋਲਵ ਕਰਨੇ ਹੋਰ ਵੀ ਈਜ਼ੀ ਹੋ ਜਾਂਦੇ ਆ। ਤਾਂ ਆਓ 1 ਬਾਏ 1 ਕਰਕੇ ਇਹਨਾਂ ਰੂਲਸ ਬਾਰੇ ਆਪਾਂ ਡਿਸਕਸ ਕਰਦੇ ਹਾਂ। ਰੂਲ 1 ਆਲ ਏ ਆਰ ਬੀ, ਆਲ ਬੀ ਆਰ ਏ। ਫਰੈਂਡਸ ਇਸ ਨੂੰ ਆਪਾਂ ਅਗਰ ਦੇਖੀਏ ਇਸ ਦੀ ਵੈਨ ਡਾਇਗਰਾਮ ਤਾਂ ਆਲ ਏ ਆਰ ਬੀ ਮੀਨਜ਼ ਸਾਰੇ ਜੋ ਏ ਹਨ ਉਹ ਬੀ ਹਨ ਐਂਡ ਬੀ ਦੇ ਅੰਡਰ ਉਹ ਆ ਰਹੇ ਹੈ। ਆਲ ਬੀ ਆਰ ਏ ਮੀਨਜ਼ ਸਾਰੇ ਜੋ ਬੀ ਹਨ ਉਹ ਏ ਹਨ ਮੀਨਜ਼ ਉਹ ਏ ਦੇ ਅੰਡਰ ਆ ਰਹੇ ਹਨ। ਤਾਂ ਵੈਨ ਡਾਇਗਰਾਮ ਤੋਂ ਫਰੈਂਡਸ ਸਪਸ਼ਟ ਜੋ ਆਪਾਂ ਨੂੰ ਸ਼ੋ ਹੋ ਰਿਹਾ ਇਸ ਦੇ ਵਿੱਚ ਜੋ ਮੋਸਟ ਇੰਪੋਰਟੈਂਟ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਜੋ ਫੈਕਟ ਹੈ ਉਹ ਇਹ ਹੈ ਆਲ ਜਿਸ ਦੇ ਨਾਲ ਵੀ ਲੱਗਿਆ ਹੋਵੇਗਾ ਉਸ ਨੂੰ ਆਪਾਂ ਅੰਦਰ ਡਰਾ ਕਰਾਂਗੇ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇੱਥੇ ਏ ਦੇ ਨਾਲ ਆਲ ਹੈ ਤਾਂ ਏ ਅੰਦਰ ਹੈ ਐਂਡ ਬੀ ਇਸ ਦੇ ਆਊਟਰ ਹੈ। ਸੈਕਿੰਡ ਡਾਇਗਰਾਮ ਦੇ ਵਿੱਚ ਆਲ ਜੋ ਹੈ ਉਹ ਬੀ ਦੇ ਨਾਲ ਲੱਗਿਆ ਤਾਂ ਬੀ ਅੰਦਰ ਹੈ ਐਂਡ ਏ ਜੋ ਹੈ ਉਸ ਦੇ ਆਊਟਰ ਡਰਾ ਕੀਤਾ ਹੋਇਆ ਹੈ। ਤਾਂ ਇਸ ਤਰ੍ਹਾਂ ਤੁਸੀਂ ਵੈਨ ਡਾਇਗਰਾਮ ਜੋ ਹੈ ਡਰਾ ਕਰ ਸਕਦੇ ਹੋ। ਏ ਐਂਡ ਬੀ ਫਰੈਂਡਸ ਜਨਰਲੀ ਆਪਾਂ ਲੈ ਕੇ ਚੱਲਦੇ ਹਾਂ ਏ ਐਂਡ ਬੀ ਦੀ ਥਾਂ 'ਤੇ ਕੁਛ ਵੀ ਹੋ ਸਕਦਾ ਹੈ। ਜਿਸ ਤਰ੍ਹਾਂ ਮੈਂ ਇੱਕ ਸਟੇਟਮੈਂਟ ਲਿਖ ਰਿਹਾ ਆਲ ਪੈਨ ਆਰ ਬੁੱਕਸ। ਤਾਂ ਇੱਥੇ ਆਲ ਜੋ ਹੈ ਉਹ ਪੈਨ ਦੇ ਨਾਲ ਲੱਗਿਆ ਤਾਂ ਆਪਾਂ ਜੋ ਇਸ ਦੀ ਡਾਇਗਰਾਮ ਬਣਾਵਾਂਗੇ ਪੈਨ ਨੂੰ ਅੰਦਰ ਬਣਾਵਾਂਗੇ ਐਂਡ ਬੁੱਕਸ ਇਸ ਦੇ ਬਾਹਰ ਡਰਾ ਕਰ ਦੇਵਾਂਗੇ। ਤਾਂ ਇਸ ਤਰ੍ਹਾਂ ਤੁਸੀਂ ਵੈਨ ਡਾਇਗਰਾਮ ਬਣਾ ਸਕਦੇ ਹੋ। ਇਹ ਸੀਗਾ ਰੂਲ 1। ਆਓ ਨੈਕਸਟ ਸਟਾਰਟ ਕਰਦੇ ਹਾਂ ਰੂਲ 2। ਰੂਲ 2 ਫਰੈਂਡਸ ਕੀ ਦੱਸ ਰਿਹਾ ਆਪਾਂ ਨੂੰ ਸਮ ਏ ਆਰ ਬੀ ਐਂਡ ਸਮ ਬੀ ਆਰ ਏ। ਤਾਂ ਇਸ ਦੀ ਇੱਕ ਹੀ ਡਾਇਗਰਾਮ ਬਣੇਗੀ ਜੋ ਤੁਸੀਂ ਇੱਥੇ ਦੇਖ ਰਹੇ ਹੋ। ਕੁਛ ਕੁ ਏ ਬੀ ਹਨ ਐਂਡ ਕੁਛ ਕੁ ਬੀ ਜੋ ਹਨ ਉਹ ਏ ਹਨ ਮੀਨਜ਼ ਦੋਨਾਂ ਦੇ ਵਿੱਚ ਇੱਕ ਵੈਲਿਊ ਜੋ ਕਾਮਨ ਹੈ ਤਾਂ ਇਸ ਨੂੰ ਸਮ ਏ ਆਰ ਬੀ ਜਾਂ ਸਮ ਬੀ ਆਰ ਏ ਆਪਾਂ ਆਖ ਸਕਦੇ ਹਾਂ। ਫਰੈਂਡਸ ਇੱਕ ਮੋਸਟ ਇੰਪੋਰਟੈਂਟ ਪੁਆਇੰਟ ਜੋ ਹੈ ਅਗਰ ਮੈਂ ਇਸ ਡਾਇਗਰਾਮ ਦੇ ਵਿੱਚ ਦੇਖਾਂ ਤਾਂ ਇਸ ਨੂੰ ਵੀ ਆਪਾਂ ਸਮ ਏ ਆਰ ਬੀ ਆਖ ਸਕਦੇ ਹਾਂ ਸਮ ਏ ਆਰ ਬੀ ਕਿਉਂਕਿ ਆਹ ਜੋ ਸਰਕਲ ਹੈ ਇਹ ਸਾਰਾ ਏ ਦਾ ਸਰਕਲ ਹੈ ਇਸ ਦੇ ਵਿੱਚ ਇੰਨੇ ਕੁ ਬੀ ਹਨ। ਬਟ ਨੋਟ ਇਸ ਦੇ ਵਿੱਚ ਆਪਾਂ ਕੀ ਕਰਨਾ ਵੀ ਕੈਨ ਚੈੱਕ ਇਟ ਇਨ ਕਨਕਲੂਜਨਸ। ਇਹ ਮੋਸਟ ਇੰਪੋਰਟੈਂਟ ਪੁਆਇੰਟ ਆ ਫਰੈਂਡਸ। ਕਨਕਲੂਜਨ ਦੇ ਵਿੱਚ ਇਸ ਨੂੰ ਆਪਾਂ ਚੈੱਕ ਕਰ ਸਕਦੇ ਹਾਂ ਬਟ ਨੋਟ ਡਰਾ ਇਨ ਸਟੇਟਮੈਂਟਸ। ਬਟ ਡਰਾ ਨਹੀਂ ਕਰਨਾ ਫਰੈਂਡਸ ਆਪਾਂ ਕਿਉਂਕਿ ਇਹ ਡਰਾ ਕਰਾਂਗੇ ਤਾਂ ਆਪਣੀ ਜੋ ਫਸਟ ਰੂਲ ਹੈ ਆਲ ਬੀ ਆਰ ਏ ਵਾਲਾ ਉਹ ਵੀ ਇਸ ਦੇ ਵਿੱਚ ਕਨਫਿਊਜ਼ਨ ਹੋ ਜਾਵੇਗੀ। ਤਾਂ ਇਸ ਲਈ ਆਪਾਂ ਸਿਰਫ ਚੈੱਕ ਕਰਾਂਗੇ ਬਟ ਇਹ ਸਮ ਏ ਆਰ ਬੀ ਡਰਾ ਕਰਨ ਲਈ ਕਿਹਾ ਜਾਂਦਾ ਤਾਂ ਡਰਾ ਆਪਾਂ ਇਸ ਤਰੀਕੇ ਨਾਲ ਹੀ ਕਰਾਂਗੇ ਜੋ ਤੁਸੀਂ ਡਾਇਗਰਾਮ ਇੱਥੇ ਦੇਖ ਰਹੇ ਹੋ। ਬਟ ਚੈੱਕ ਆਪਾਂ ਇਸ ਤਰੀਕੇ ਨਾਲ ਵੀ ਆਪਾਂ ਕਰ ਸਕਦੇ ਹਾਂ। ਆਓ ਦੇਖਦੇ ਹਾਂ ਨੈਕਸਟ ਰੂਲ।
रूल 3 फ्रेंड्स की है, नो ए इज़ बी, कोई भी ए बी नहीं है। इसका मतलब ए एंड बी ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਰਿਲੇਸ਼ਨ ਨਹੀਂ ਹੈ। ਤਾਂ ਆਪਾਂ ਕ੍ਰੋਸ ਲਗਾ ਦੇਵਾਂਗੇ ਜਿਸ ਨਾਲ ਆਪਾਂ ਨੂੰ ਪਤਾ ਲੱਗ ਜਾਵੇਗਾ ਏ ਐਂਡ ਬੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰਿਲੇਸ਼ਨ ਨਹੀਂ ਹੈ। ਅਗਰ ਇਸ ਸਟੇਟਮੈਂਟ ਨੂੰ ਹੋਰ ਐਕਸਟੈਂਡ ਕੀਤਾ ਜਾਵੇ ਜਿਸ ਤਰ੍ਹਾਂ नो बी इज़ सी, ਤਾਂ ਮੈਂ ਇੱਕ ਹੋਰ ਸਰਕਲ ਲਗਾ ਕੇ ਸੀ ਡਾਇਗਰਾਮ ਬਣਾ ਲਵਾਂਗਾ ਐਂਡ ਇੱਥੇ ਮੈਂ ਡਬਲ ਕ੍ਰੋਸ ਲਗਾਵਾਂਗਾ ਕਿਉਂਕਿ ਫਰੈਂਡਸ ਸਿੰਗਲ ਕ੍ਰੋਸ ਰੀਪ੍ਰਜੈਂਟ ਕਰ ਰਿਹਾ ਏ ਐਂਡ ਬੀ ਦੇ ਵਿੱਚ ਕੋਈ ਰਿਲੇਸ਼ਨ ਨਹੀਂ ਹੈ ਐਂਡ ਡਬਲ ਕ੍ਰੋਸ ਰੀਪ੍ਰਜੈਂਟ ਕਰ ਰਿਹਾ ਬੀ ਐਂਡ ਸੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਰਿਲੇਸ਼ਨ ਨਹੀਂ ਹੈ। ਤਾਂ ਇਸ ਤਰੀਕੇ ਨਾਲ ਆਪਾਂ ਜੋ ਡਾਇਗਰਾਮਸ ਆ ਉਹ ਬਣਾ ਸਕਦੇ ਹਾਂ। ਤਾਂ ਇਹ 3 ਰੂਲ ਹਨ ਜੋ ਤੁਸੀਂ ਯਾਦ ਰੱਖਣੇ ਆ ਸੈਲੋਜ਼ਮ ਦੇ ਕੁਐਸਚਨ ਨੂੰ ਸੋਲਵ ਕਰਦੇ ਟਾਈਮ। ਆਓ ਇੱਕ ਕੰਬਾਈਨ ਲੁੱਕ ਇਹਨਾਂ ਦੀ ਦੇਖਦੇ ਹਾਂ ਦੁਬਾਰਾ ਤੋਂ ਫਿਰ ਰਿਪੀਟ ਕਰਨ ਦੇ ਲਈ। ਜਿਸ ਤਰ੍ਹਾਂ ਆਲ ਏ ਆਰ ਬੀ ਫਸਟ ਰੂਲ, ਆਲ ਜਿਸ ਦੇ ਨਾਲ ਲੱਗਿਆ ਹੋਵੇਗਾ ਉਸ ਨੂੰ ਅੰਦਰ ਡਰਾ ਕਰਾਂਗੇ ਐਂਡ ਅਦਰ ਜੋ ਹੋਵੇਗਾ ਉਹ ਆਊਟਰ ਡਰਾ ਹੋਵੇਗਾ। ਸਮ ਏ ਆਰ ਬੀ ਮੀਨਸ ਕੁਛ ਏ ਬੀ ਹਨ ਐਂਡ ਕੁਛ ਬੀ ਏ ਹਨ। ਚੈਕਿੰਗ ਇਸ ਦੀ ਇਸ ਤਰੀਕੇ ਨਾਲ ਵੀ ਕਰ ਸਕਦੇ ਹਾਂ, ਅਗਰ ਆਹ ਸਾਰਾ ਏ ਦਾ ਪਾਰਟ ਹੈ ਇਸ ਦੇ ਵਿੱਚ ਇੰਨੇ ਕੁ ਬੀ ਹਨ। ਬਟ ਫਰੈਂਡ ਇਸ ਤਰੀਕੇ ਨਾਲ ਸਿਰਫ ਚੈੱਕ ਹੀ ਕਰਨਾ, ਜਦੋਂ ਡਰਾ ਕਰਨਾ ਤਾਂ ਡਰਾ ਆਪਾਂ ਇਸ ਤਰੀਕੇ ਨਾਲ ਹੀ ਕਰਾਂਗੇ। नो ए इज़ बी मीनस कोई भी ए बी नहीं है। ਤਾਂ ਇਹਨਾਂ ਤਿੰਨਾਂ ਰੂਲਸ ਨੂੰ ਤੁਸੀਂ ਚੰਗੀ ਤਰ੍ਹਾਂ ਅੰਡਰਸਟੈਂਡ ਜੇ ਕਰ ਗਏ ਹੋ ਤਾਂ ਸਾਰੇ ਕੁਐਸਚਨ ਬਹੁਤ ਈਜ਼ੀਲੀ ਬਿਨਾਂ ਕਿਸੇ ਪ੍ਰੋਬਲਮ ਦੇ ਸੋਲਵ ਕਰ ਸਕਦੇ ਹੋ। ਤਾਂ ਆਓ ਕੁਝ ਕੁ ਕੁਐਸਚਨ ਦੇਖਦੇ ਹਾਂ ਜੋ ਆਪਾਂ ਸੈਲੋਜ਼ਮ ਦੇ ਵਿੱਚ ਸੋਲਵ ਕਰਨੇ ਆ ਐਂਡ ਇਹਨਾਂ ਰੂਲਸ ਨੂੰ ਫੋਲੋ ਕਰਕੇ ਉਹ ਆਪਾਂ ਸੋਲਵ ਕਰਾਂਗੇ। ਕੁਐਸਚਨ ਫਸਟ ਫਰੈਂਡਸ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਕੁਝ ਕੁ ਸਟੇਟਮੈਂਟਸ ਆਪਾਂ ਨੂੰ ਗਿਵਨ ਹਨ, ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਹੀ ਗਿਵਨ ਹੋਣਗੀਆਂ ਐਂਡ ਇਹਨਾਂ ਸਟੇਟਮੈਂਟਸ ਨੂੰ ਕੰਬਾਈਨ ਕਰਕੇ ਕਨਕਲੂਜਨਸ ਆਪਾਂ ਫਾਈਂਡ ਆਊਟ ਕਰਨੇ ਹੁੰਦੇ ਆ ਵੀ ਕਿਹੜਾ ਕਨਕਲੂਜਨ ਰਾਈਟ ਹੈ ਐਂਡ ਕਿਹੜਾ ਕਨਕਲੂਜਨ ਰੋਂਗ ਹੈ। ਤਾਂ ਇਹਨਾਂ ਸਟੇਟਮੈਂਟਸ ਦੀ ਸਭ ਤੋਂ ਪਹਿਲਾਂ ਵੈਨ ਡਾਇਗਰਾਮ ਆਪਾਂ ਬਣਾਉਣੀ ਹੁੰਦੀ ਹੈ। ਜਿਸ ਤਰ੍ਹਾਂ ਆਲ ਡੋਲਸ ਆਰ ਵਿੰਡੋਜ਼, ਤਾਂ ਆਲ ਫਰੈਂਡਸ ਡੋਲਸ ਦੇ ਨਾਲ ਲੱਗਿਆ ਤਾਂ ਆਪਾਂ ਇੱਥੇ ਜੋ ਡਾਇਗਰਾਮ ਬਣਾਵਾਂਗੇ ਉਸ ਦੇ ਵਿੱਚ ਡੋਲਸ ਨੂੰ ਆਪਾਂ ਇੰਟਰਨਲ ਰੱਖ ਕੇ ਚੱਲਾਂਗੇ ਕਿਉਂਕਿ ਉਸ ਦੇ ਨਾਲ ਆਲ ਲੱਗਿਆ ਹੈ। ਤਾਂ ਆਲ ਡੋਲਸ ਆਰ ਵਿੰਡੋਜ਼ ਦੀ ਮੈਂ ਡਾਇਗਰਾਮ ਇੱਥੇ ਬਣਾ ਲਈ। ਨੈਕਸਟ ਹੈ ਆਲ ਬੋਟਲਸ ਆਰ ਵਿੰਡੋਜ਼, ਸਾਰੀਆਂ ਬੋਟਲਸ ਹਨ ਫਰੈਂਡਸ ਜੋ ਵਿੰਡੋਜ਼ ਹਨ। ਤਾਂ ਬੋਟਲਸ ਨੂੰ ਵੀ ਮੈਂ ਇਸ ਤਰੀਕੇ ਨਾਲ ਇੱਥੇ ਡਰਾ ਕਰ ਲਵਾਂਗਾ। ਤਾਂ ਇਸ ਲਈ ਸ਼ਾਰਟ ਫਾਰਮ ਵੀ ਤੁਸੀਂ ਲਿਖ ਸਕਦੇ ਹੋ ਜਿਸ ਤਰ੍ਹਾਂ BOT। ਨੈਕਸਟ ਹੈ ਆਲ ਕਾਰਜ਼ ਆਰ ਬੋਟਲਸ, ਸਾਰੀਆਂ ਜੋ ਕਾਰਜ਼ ਹਨ ਉਹ ਬੋਟਲਸ ਹਨ। ਤਾਂ ਇਸ ਤਰੀਕੇ ਨਾਲ ਕਾਰਜ਼ ਜੋ ਹੈ ਮੈਂ ਉਹ ਬੋਟਲ ਦੇ ਅੰਡਰ ਡਰਾ ਕਰ ਲਵਾਂਗਾ। ਤਾਂ ਫਰੈਂਡਸ ਇਸ ਤਰ੍ਹਾਂ ਆਪਣੀ ਵੈਨ ਡਾਇਗਰਾਮ ਹੈ ਜੋ ਬਣ ਕੇ ਤਿਆਰ ਹੋ ਚੁੱਕੀ ਹੈ। ਹੁਣ ਆਪਾਂ ਕਨਕਲੂਜਨ ਚੈੱਕ ਕਰਦੇ ਹਾਂ। ਫਸਟ ਕਨਕਲੂਜਨ ਹੈ ਆਲ ਕਾਰਜ਼ ਆਰ ਵਿੰਡੋਜ਼, ਕੀ ਸਾਰੀਆਂ ਕਾਰਜ਼ ਵਿੰਡੋ ਹਨ। ਤਾਂ ਫਰੈਂਡਸ ਜਦੋਂ ਕਨਕਲੂਜਨ ਚੈੱਕ ਕਰਨਾ ਹੈ ਤਾਂ ਤੁਸੀਂ ਸਿਰਫ ਉਸ ਕਨਕਲੂਜਨ ਦੇ ਵਿੱਚ ਆਬਜੈਕਟਸ ਨੂੰ ਵਾਚ ਕਰਨਾ ਹੈ, ਬਾਕੀ ਸਾਰੇ ਸਕਿਪ ਕਰ ਦੇਣੇ ਆ। ਜਿਸ ਤਰ੍ਹਾਂ ਆਲ ਕਾਰਜ਼ ਆਰ ਵਿੰਡੋਜ਼, ਕਾਰਜ਼ ਐਂਡ ਵਿੰਡੋਜ਼ ਦੇਖੋ ਸਾਰੀਆਂ ਕਾਰਜ਼ ਜੋ ਹਨ ਉਹ ਵਿੰਡੋਜ਼ ਦੇ ਵਿੱਚ ਆ ਰਹੀਆਂ ਤਾਂ ਇਸ ਦਾ ਮਤਲਬ ਫਸਟ ਜੋ ਹੈ ਆਪਣਾ ਰਾਈਟ ਹੈ। ਸੈਕਿੰਡ ਸਮ ਕਾਰਜ਼ ਆਰ ਡੋਲਸ, ਕੁਝ ਕਾਰਜ਼ ਜਿਹੜੀਆਂ ਡੋਲਸ ਹੈਗੀਆਂ ਫਰੈਂਡਸ ਡੋਲਸ ਦਾ ਸਰਕਲ ਇੱਧਰ ਹੈ ਐਂਡ ਕਾਰਜ਼ ਦਾ ਬੋਟਲਸ ਦੇ ਵਿੱਚ ਹੈ ਤਾਂ ਇਹਨਾਂ ਦੋਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਰਿਲੇਸ਼ਨ ਨਹੀਂ ਬਣ ਰਿਹਾ ਤਾਂ ਇਸ ਦਾ ਮਤਲਬ ਸੈਕਿੰਡ ਰੋਂਗ ਹੋ ਜਾਵੇਗਾ। ਥਰਡ ਹੈ ਸਮ ਵਿੰਡੋਜ਼ ਆਰ ਕਾਰਜ਼, ਕੁਝ ਵਿੰਡੋਜ਼ ਕਾਰਜ਼ ਹਨ ਫਰੈਂਡਸ ਆਹ ਸਾਰਾ ਵਿੰਡੋ ਦਾ ਸਰਕਲ ਹੈ ਐਂਡ ਇਸ ਦੇ ਵਿੱਚ ਇੰਨੀਆਂ ਕੁ ਕਾਰਜ਼ ਹਨ ਤਾਂ ਥਰਡ ਵੀ ਜੋ ਹੋਵੇਗਾ ਆਪਣਾ ਰਾਈਟ ਹੋਵੇਗਾ। ਇਸ ਤਰ੍ਹਾਂ ਆਪਣਾ ਕਨਕਲੂਜਨ 1 ਐਂਡ 3 ਫੋਲੋ ਕਰ ਰਿਹਾ ਐਂਡ ਸੈਕਿੰਡ ਫੋਲੋ ਨਹੀਂ ਕਰ ਰਿਹਾ। ਤਾਂ ਇਸ ਤਰ੍ਹਾਂ ਦੇ ਕੁਐਸਚਨ ਐਗਜ਼ਾਮ ਦੇ ਵਿੱਚ ਬਣਦੇ ਹਨ। ਇੱਕ ਕੁਐਸਚਨ ਹੋਰ ਦੇਖਦੇ ਹਾਂ ਜਿਸ ਤਰ੍ਹਾਂ ਸਟੇਟਮੈਂਟਸ ਹੈ ਆਪਣੇ ਕੋਲ ਸਮ ਹਿਲਸ ਆਰ ਰਿਵਰਸ, ਸਮ ਹਿਲਸ ਆਰ ਰਿਵਰਸ ਫਰੈਂਡਸ ਤਾਂ ਇਸ ਤਰੀਕੇ ਨਾਲ ਆਪਾਂ ਡਰਾ ਕਰ ਲਾਂਗੇ। ਹਿਲਸ ਦੇ ਲਈ ਮੈਂ H ਯੂਜ਼ ਕਰੂੰਗਾ ਐਂਡ ਰਿਵਰਸ ਦੇ ਲਈ ਮੈਂ R ਯੂਜ਼ ਕਰੂੰਗਾ। ਆਪਾਂ ਸ਼ਾਰਟ ਫਾਰਮ ਦੇ ਵਿੱਚ ਵੀ ਅਲਫਾਬੈਟ ਲਿਖ ਕੇ ਹੀ ਸਾਰ ਸਕਦੇ ਹਾਂ ਕਿਉਂਕਿ ਅਗਰ ਕੰਪਲੀਟ ਨੇਮ ਲਿਖਣ ਲੱਗ ਗਏ ਤਾਂ ਆਪਣਾ ਟਾਈਮ ਵੇਸਟ ਬਹੁਤ ਜ਼ਿਆਦਾ ਹੋ ਜਾਵੇਗਾ। ਤਾਂ ਇਸ ਲਈ ਕੋਸ਼ਿਸ਼ ਕਰੋ ਉਹਨਾਂ ਦਾ ਜੋ ਫਸਟ ਅਲਫਾਬੈਟਸ ਹੁੰਦਾ ਉਸ ਨੂੰ ਹੀ ਲਿਖੋ। ਅਗਰ ਕੋਈ ਰਿਪੀਟ ਕਰ ਰਿਹਾ ਜਿਵੇਂ R 'ਤੇ ਰਿਵਰਸ ਵੀ ਹੈ ਐਂਡ ਰੋਡਸ ਵੀ ਹੈ ਤਾਂ ਰੋਡਸ ਲਈ RO ਪਾ ਲਓ ਐਂਡ ਰਿਵਰਸ ਲਈ RI। ਤਾਂ ਸਮ ਹਿਲਸ ਆਰ ਰਿਵਰਸ ਨੂੰ ਮੈਂ ਇਸ ਤਰੀਕੇ ਨਾਲ ਡਾਇਗਰਾਮ ਬਣਾ ਲਈ। ਨੈਕਸਟ ਹੈ ਸਮ ਰਿਵਰਸ ਆਰ ਡੈਜ਼ਰਟ, ਕੁਝ ਰਿਵਰਸ ਜੋ ਹਨ ਉਹ ਡੈਜ਼ਰਟ ਹਨ ਤਾਂ ਇਸ ਲਈ ਫਰੈਂਡਸ ਆਪਾਂ ਵੈਨ ਡਾਇਗਰਾਮ ਬਣਾ ਲਈ। ਨੈਕਸਟ ਹੈ ਆਲ ਡੈਜ਼ਰਟਸ ਆਰ ਰੋਡ, ਜਿੰਨੇ ਵੀ ਡੈਜ਼ਰਟ ਹੈ ਉਹ ਸਾਰੇ ਰੋਡਸ ਹੈ ਤਾਂ ਡੈਜ਼ਰਟਸ ਨੂੰ ਆਪਾਂ ਰੋਡਸ ਦੇ ਅੰਡਰ ਲੈ ਕੇ ਚੱਲਾਂਗੇ ਇਸ ਲਈ ਮੈਂ RO ਲਿਖ ਦਿੰਦਾ ਕਿਉਂਕਿ ਰਿਵਰਸ ਲਈ ਪਹਿਲਾਂ ਵੀ ਮੈਂ R ਲਿਖੀ ਹੋਈ ਹੈ ਤਾਂ ਕਨਫਿਊਜ਼ਨ ਹੋ ਜਾਵੇਗੀ ਕਿਹੜੀਆਂ ਰੋਡਸ ਹੈ ਕਿਹੜੀਆਂ ਰਿਵਰਸ ਹੈ। ਤਾਂ ਫਰੈਂਡਸ ਇਸ ਦੀ ਵੈਨ ਡਾਇਗਰਾਮ ਹੈ ਜੋ ਆਪਣੇ ਕੋਲ ਬਣ ਚੁੱਕੀ ਹੈ। ਨੈਕਸਟ ਕਨਕਲੂਜਨ ਚੈੱਕ ਕਰਾਂਗੇ। ਫਸਟ ਕਨਕਲੂਜਨ ਹੈ ਸਮ ਰੋਡਸ ਆਰ ਰਿਵਰਸ, ਕੁਝ ਰੋਡਸ ਰਿਵਰਸ ਹਨ। ਦੇਖ ਰਹੇ ਹੋ ਫਰੈਂਡਸ ਜਿਸ ਤਰ੍ਹਾਂ ਤੁਸੀਂ
ਰਿਵਰਸ ਐਂਡ ਰੋਡਸ ਦੀ ਇੰਟਰਸੈਕਸ਼ਨ ਹੋ ਰਹੀ ਹੈ, ਤਾਂ ਇਸ ਦਾ ਮੀਨਸ ਫਸਟ ਕੰਕਲੂਜਨ ਰਾਈਟ ਹੋਵੇਗਾ। ਸਮ ਰੋਡਸ ਆਰ ਹਿਲਸ, ਕੁਝ ਰੋਡਸ ਹਿਲ ਹਨ। ਹਿਲਸ ਦਾ ਜੋ ਸਰਕਲ ਹੈ ਉਹ ਇੱਧਰ ਹੈ ਲੈਫਟ ਹੈਂਡ ਸਾਈਡ 'ਤੇ, ਐਂਡ ਰੋਡਸ ਦਾ ਇੱਧਰ ਹੈ, ਤਾਂ ਇਹ ਕਿਸੇ ਵੀ ਤਰ੍ਹਾਂ ਦੀ ਇੰਟਰਸੈਕਸ਼ਨ ਨਹੀਂ ਹੋ ਰਹੀ, ਤਾਂ ਸੈਕਿੰਡ ਕੀ ਹੋਵੇਗਾ, ਰੋਂਗ ਹੋਵੇਗਾ। ਥਰਡ, ਸਮ ਡੈਜ਼ਰਟਸ ਆਰ ਹਿਲਸ, ਕੁਝ ਡੈਜ਼ਰਟਸ ਹਿਲਸ ਹਨ। ਡੈਜ਼ਰਟ ਦਾ ਸਰਕਲ ਫਰੈਂਡਸ ਇੱਧਰ ਹੈ ਐਂਡ ਹਿਲਸ ਦਾ ਇੱਧਰ ਹੈ, ਤਾਂ ਇਹ ਵੀ ਆਪਣਾ ਕੀ ਹੋਵੇਗਾ, ਰੋਂਗ। ਤਾਂ ਇਸ ਦੇ ਵਿੱਚ ਆਪਾਂ 100% ਸ਼ੋਰਟੀ ਹੋਣੀ ਜ਼ਰੂਰੀ ਹੈ ਕਿਸੇ ਵੀ ਕਨਕਲੂਜਨ ਨੂੰ ਦੇਖਣ ਦੇ ਲਈ। ਅਗਰ 50-50 ਤੁਹਾਨੂੰ ਲੱਗਦਾ ਤਾਂ ਉਹ ਰੋਂਗ ਹੀ ਹੋਵੇਗਾ ਆਲਵੇਜ਼। ਜਿਸ ਤਰ੍ਹਾਂ ਸੈਕਿੰਡ ਕਨਕਲੂਜਨ ਸੀ ਸਮ ਰੋਡਸ ਆਰ ਹਿਲਸ, ਐਂਡ ਰੋਡਸ ਦਾ ਸਰਕਲ ਜੋ ਇਹ ਸੀ ਐਂਡ ਹਿਲਸ ਦਾ ਇਹ ਸੀ। ਅਗਰ ਰੋਡ ਦਾ ਸਰਕਲ ਮੈਂ ਇਸ ਤਰੀਕੇ ਨਾਲ ਐਕਸਟੈਂਡ ਕਰਕੇ ਐਂ ਬਣਾ ਦਿੰਦਾ ਫਿਰ ਹੋ ਵੀ ਸਕਦਾ ਸੀ। ਤਾਂ ਇਹ 50-50 ਕੇਸ ਜਦੋਂ ਵੀ ਬਣੇਗਾ ਤਾਂ ਉਹ ਆਲਵੇਜ਼ ਰੋਂਗ ਹੀ ਹੋਵੇਗਾ। ਐਂਡ ਤੁਸੀਂ 100% ਸੋਲਿਊਸ਼ਨ ਚੈੱਕ ਕਰੋ ਵੈਨ ਡਾਇਗਰਾਮ ਜੋ ਤੁਹਾਡੀ ਬਣ ਚੁੱਕੀ ਹੈ ਉਸ ਦੇ ਅਕੋਰਡਿੰਗ। ਇੱਕ ਕੁਐਸਚਨ ਹੋਰ ਦੇਖਦੇ ਹਾਂ, ਆਓ ਉਸ ਦੇ ਨਾਲ ਹੋਰ ਜ਼ਿਆਦਾ ਕਲੈਰਿਟੀ ਹੋ ਜਾਵੇਗੀ। ਜਿਸ ਤਰ੍ਹਾਂ ਕੁਐਸਚਨ ਹੈ ਆਲ ਰੋਡਸ ਆਰ ਪੋਲਸ, ਤਾਂ ਫਰੈਂਡਸ ਰੂਲਸ ਦੇ ਮੁਤਾਬਕ ਆਪਾਂ ਰੋਡਸ ਨੂੰ ਅੰਦਰ ਲਿਖਾਂਗੇ, ਅੰਦਰ ਰੋਡਸ ਲਈ ਆਰਓ ਲਿਖ ਦਿੰਦੇ ਹਾਂ, ਐਂਡ ਪੋਲਸ ਜੋ ਹਨ ਉਹ ਬਾਹਰ ਬਣਾ ਦਿੰਦੇ ਹਾਂ। ਨੋ ਪੋਲ ਇਜ਼ ਹਾਊਸ, ਕੋਈ ਵੀ ਪੋਲ ਹਾਊਸ ਨਹੀਂ ਹੈ। ਤਾਂ ਇਸ ਤਰੀਕੇ ਨਾਲ ਪੋਲ ਐਂਡ ਹਾਊਸ ਦੇ ਵਿਚਕਾਰ ਮੈਂ ਕ੍ਰੋਸ ਲਗਾ ਕੇ ਇੱਥੇ ਵੈਨ ਡਾਇਗਰਾਮ ਕੰਪਲੀਟ ਕਰ ਲਵਾਂਗਾ। ਸੈਕਿੰਡ ਜੋ ਇਸ ਦਾ ਕਨਕਲੂਜਨ ਆਪਾਂ ਫਾਈਂਡ ਆਊਟ ਕਰਨਾ ਹੈ, ਸਭ ਤੋਂ ਫਸਟ ਹੈ ਸਮ ਰੋਡਸ ਆਰ ਹਾਊਸਿਸ, ਕੁਝ ਰੋਡਸ ਫਰੈਂਡ ਹਾਊਸਿਸ ਹਨ। ਜਦੋਂ ਹਾਊਸ ਐਂਡ ਪੋਲ ਦੇ ਵਿੱਚ ਕੋਈ ਵੀ ਰਿਲੇਸ਼ਨ ਨਹੀਂ ਹੈ ਫਰੈਂਡਸ, ਆਪਾਂ ਨੂੰ ਕ੍ਰੋਸ ਦੇਖ ਕੇ ਪਤਾ ਲੱਗ ਰਿਹਾ ਕਿਉਂਕਿ ਇੱਥੇ ਸਟੇਟਮੈਂਟ ਦੇ ਵਿੱਚ ਗਿਵਨ ਹੈ ਨੋ ਪੋਲ ਇਜ਼ ਹਾਊਸ, ਤਾਂ ਰੋਡ ਐਂਡ ਹਾਊਸ ਦੇ ਵਿੱਚ ਕੋਈ ਵੀ ਰਿਲੇਸ਼ਨ ਨਹੀਂ ਹੋਵੇਗਾ, ਤਾਂ ਸਮ ਰੋਡ ਹਾਊਸਿਸ ਨਹੀਂ ਹੋ ਸਕਦੇ, ਤਾਂ ਆਲਵੇਜ਼ ਕੀ ਹੋਵੇਗਾ, ਰੋਂਗ। ਸੈਕਿੰਡ ਹੈ ਸਮ ਹਾਊਸਿਸ ਆਰ ਪੋਲ, ਕੁਝ ਹਾਊਸ ਪੋਲ ਹੋ ਸਕਦੇ ਆ, ਨੋ ਫਰੈਂਡਸ ਕਦੇ ਵੀ ਨਹੀਂ ਹੋ ਸਕਦੇ ਕਿਉਂਕਿ ਦੋਨਾਂ ਦੇ ਵਿੱਚ ਕ੍ਰੋਸ ਹੈ, ਕਿਸੇ ਵੀ ਤਰ੍ਹਾਂ ਦੀ ਜੋ ਰਿਲੇਸ਼ਨ ਨਹੀਂ ਹੈ, ਤਾਂ ਇਹ ਵੀ ਤੁਹਾਡਾ ਕੀ ਹੋਵੇਗਾ, ਰੋਂਗ। ਤਾਂ ਦੋਨੋਂ ਜੋ ਕਨਕਲੂਜਨ ਹਨ ਆਪਣੇ ਰੋਂਗ ਹੋ ਚੁੱਕੇ ਹਨ, ਤਾਂ ਆਪਣਾ ਜੋ ਆਨਸਰ ਆਵੇਗਾ ਉਹ ਆਵੇਗਾ ਨਨ ਫੋਲੋ, ਮਤਲਬ ਕੋਈ ਵੀ ਕਨਕਲੂਜਨ ਫੋਲੋ ਨਹੀਂ ਕਰ ਰਿਹਾ। ਇੱਕ ਫਰੈਂਡਸ ਹੋਰ ਮੋਸਟ ਇੰਪੋਰਟੈਂਟ ਪੁਆਇੰਟ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ, ਨਨ ਆਫ ਦੀਜ਼ ਐਂਡ ਨਨ ਫੋਲੋ, ਦੋਨਾਂ ਦੇ ਵਿੱਚ ਬਹੁਤ ਫਰਕ ਹੈ। ਨਨ ਆਫ ਦੀਜ਼ ਉਹ ਹੁੰਦਾ ਜਦੋਂ ਕੋਈ ਵੀ ਆਪਸ਼ਨ ਆਪਣੀਆਂ ਆਪਸ਼ਨ ਦੇ ਵਿੱਚ ਗਿਵਨ ਨਾ ਹੋਵੇ। ਜਿਸ ਤਰ੍ਹਾਂ ਅਗਰ ਮੇਰਾ ਸੈਕਿੰਡ ਕਨਕਲੂਜਨ ਫੋਲੋ ਹੋ ਜਾਂਦਾ ਤਾਂ ਮੇਰਾ ਜੋ ਆਨਸਰ ਹੋਣਾ ਸੀ ਉਹ ਸੈਕਿੰਡ ਫੋਲੋ ਆਉਣਾ ਸੀ, ਬਟ ਅਗਰ ਫਸਟ ਆਪਸ਼ਨ ਦੇਖੀਏ ਤਾਂ 1 ਫੋਲੋ ਹੈ, ਸੈਕਿੰਡ ਆਪਸ਼ਨ ਦੇਖੀਏ ਤਾਂ 1 ਐਂਡ 2 ਫੋਲੋ ਹੈ, ਥਰਡ ਆਪਸ਼ਨ ਦੇਖੀਏ ਤਾਂ ਨਨ ਆਫ ਦੀਜ਼। ਫਿਰ ਆਪਾਂ ਨਨ ਆਫ ਦੀਜ਼ ਲਗਾ ਸਕਦੇ ਸੀ ਕਿਉਂਕਿ ਸੈਕਿੰਡ ਜੋ ਆਪਣਾ ਫੋਲੋ ਅਗਰ ਕਰ ਰਿਹਾ ਉਹ ਆਪਸ਼ਨ ਦੇ ਵਿੱਚ ਨਹੀਂ ਹੈ। ਅਗਰ ਕੋਈ ਵੀ ਕਨਕਲੂਜਨ ਫੋਲੋ ਨਹੀਂ ਕੋਈ ਵੀ ਕਨਕਲੂਜਨ ਫੋਲੋ ਨਹੀਂ ਕਰ ਰਿਹਾ, ਜਿਸ ਤਰ੍ਹਾਂ 2 ਜਾਂ 3 ਕਨਕਲੂਜਨ ਹਨ, ਤਾਂ ਫਿਰ ਆਪਣਾ ਆਨਸਰ ਆਵੇਗਾ ਨਨ ਫੋਲੋ। ਤਾਂ ਹੁਣ ਆਪਣੇ ਦੋਨੋਂ ਕਨਕਲੂਜਨ ਜੋ ਰੋਂਗ ਹਨ, ਤਾਂ ਇਸ ਲਈ ਆਪਣਾ ਆਨਸਰ ਆਵੇਗਾ ਡੀ, ਨਨ ਫੋਲੋ। ਇੱਕ ਕੁਐਸਚਨ ਹੋਰ ਦੇਖਦੇ ਹਾਂ ਫਰੈਂਡਸ, ਸਟੇਟਮੈਂਟਸ ਜਿਸ ਤਰ੍ਹਾਂ ਗਿਵਨ ਹਨ ਆਲ ਸਨੇਕਸ ਆਰ ਟਰੀਜ਼, ਸਾਰੇ ਜੋ ਸਨੇਕਸ ਹਨ ਉਹ ਟਰੀ ਹਨ। ਤਾਂ ਸਭ ਤੋਂ ਪਹਿਲਾਂ ਮੈਂ ਇੱਥੇ ਡਰਾ ਕਰਾਂਗਾ ਸਨੇਕਸ ਐਂਡ ਟਰੀਜ਼ ਨੂੰ ਆਊਟਰ ਡਰਾ ਕਰ ਲਵਾਂਗਾ। ਨੈਕਸਟ ਹੈ ਸਮ ਟਰੀਜ਼ ਆਰ ਰੋਡਸ, ਕੁਝ ਟਰੀਜ਼ ਜੋ ਹਨ ਉਹ ਰੋਡਸ ਹਨ, ਐਂਡ ਆਲ ਰੋਡਸ ਹਨ ਜੋ ਉਹ ਮਾਊਂਟੇਨ ਹਨ। ਤਾਂ ਇਸ ਤਰੀਕੇ ਨਾਲ ਫਰੈਂਡਸ ਆਪਾਂ ਡਾਇਗਰਾਮ ਹੈ ਜਿਹੜੀ ਉਹ ਕੰਪਲੀਟ ਕਰ ਲਈ ਹੈ। ਹੁਣ ਆਪਾਂ ਕਨਕਲੂਜਨ ਚੈੱਕ ਕਰਦੇ ਹਾਂ। ਜਿਸ ਤਰ੍ਹਾਂ ਫਸਟ ਕਨਕਲੂਜਨ ਹੈ ਸਮ ਮਾਊਂਟੇਨਸ ਆਰ ਸਨੇਕਸ, ਕੁਝ ਮਾਊਂਟੇਨਸ ਜੋ ਸਨੇਕਸ ਹਨ ਫਰੈਂਡਸ ਨਹੀਂ ਹਨ, ਕਿਸੇ ਵੀ ਤਰੀਕੇ ਨਾਲ ਨਹੀਂ ਬਣ ਰਹੀਆਂ, ਤਾਂ ਫਸਟ ਆਪਣਾ ਹੋਵੇਗਾ ਰੋਂਗ। ਸੈਕਿੰਡ ਸਮ ਰੋਡਸ ਆਰ ਸਨੇਕਸ, ਕੁਝ ਰੋਡ ਸਨੇਕਸ ਬਣ ਰਹੇ ਹੈ, ਕਿਸੇ ਵੀ ਤਰੀਕੇ ਨਾਲ ਫਰੈਂਡਸ ਰੋਡ ਐਂਡ ਸਨੇਕਸ ਦੀ ਇੰਟਰਸੈਕਸ਼ਨ ਨਹੀਂ ਹੋ ਰਹੀ, ਤਾਂ ਇਹ ਵੀ ਆਪਣਾ ਕੀ ਹੋਵੇਗਾ, ਰੋਂਗ ਹੋਵੇਗਾ। ਥਰਡ ਹੈ ਸਮ ਮਾਊਂਟੇਨਸ ਆਰ ਟਰੀਜ਼, ਕੁਝ ਮਾਊਂਟੇਨਸ ਟਰੀ ਹਨ, ਹਾਂਜੀ ਇਹ ਮਾਊਂਟੇਨਸ ਐਂਡ ਟਰੀ ਦੀ ਇੰਟਰਸੈਕਸ਼ਨ ਹੋ ਰਹੀ ਹੈ, ਤਾਂ ਥਰਡ ਆਪਣਾ ਕੀ ਹੋਵੇਗਾ, ਰਾਈਟ। ਤਾਂ ਇਸ ਤਰੀਕੇ ਦੇ ਨਾਲ ਜੋ ਕੁਐਸਚਨ ਆਪਾਂ ਐਗਜ਼ਾਮ ਦੇ ਵਿੱਚ ਸੋਲਵ ਕਰਨੇ ਹੁੰਦੇ ਆ। ਤਾਂ ਫਰੈਂਡਸ ਇਸ ਤੋਂ ਇਲਾਵਾ ਕੁਛ ਕੁ ਹੋਰ ਇਸ ਦੀਆਂ ਟਾਈਪਸ ਹਨ, ਜਿਸ ਤਰ੍ਹਾਂ ਕੇਸ ਆਫ 50-50, ਇਹ ਥੋੜ੍ਹਾ ਜਿਹਾ ਇਸ ਦੇ ਨਾਲੋਂ ਡਿਫਰੈਂਟ ਹੈ। ਤਾਂ ਫਸਟ 4 ਜੋ ਕੁਐਸਚਨ ਆਪਾਂ ਸੋਲਵ ਕੀਤੇ ਸੀਗੇ ਉਹ ਇੱਕ ਬੇਸਿਕ ਸੀਗੇ ਸੈਲਵਿਜ਼ਮ ਦੇ। ਨੈਕਸਟ ਜੋ ਟਾਈਪ ਹੈ ਉਹ ਹੈ ਕੇਸ ਆਫ 50-50। 50-50 ਕੇਸ ਕੀ ਹੈ ਫਰੈਂਡਸ, ਇਹ ਤੁਹਾਨੂੰ ਦੇਖ ਕੇ ਪਤਾ ਲੱਗੇਗਾ ਕਨਕਲੂਜਨ ਤੋਂ। ਅਗਰ ਕਿਸੇ ਕੁਐਸਚਨ ਦੇ ਕਨਕਲੂਜਨ ਦੇ ਵਿੱਚ ਇੱਕ ਕਨਕਲੂਜਨ ਦੇ ਵਿੱਚ ਸਮ ਹੈ ਐਂਡ ਇੱਕ ਦੇ ਵਿੱਚ ਨੋ ਹੈ, ਦੋਨੋਂ ਸਟੇਟਮੈਂਟਸ ਦੇ ਜੋ ਓਬਜੈਕਟ ਹਨ ਉਹ ਬਿਲਕੁਲ ਸੇਮ ਹਨ, ਤਾਂ ਉੱਥੇ ਪੋਸੀਬਿਲਿਟੀ ਹੁੰਦੀ ਹੈ ਉਹਨਾਂ ਦੀ 95% ਜੋ ਕੁਐਸਚਨ ਹੋਵੇਗਾ ਜਾਂ ਉਸ ਦਾ ਕਨਕਲੂਜਨ ਦੋਨਾਂ 'ਚੋਂ ਇੱਕ ਫੋਲੋ ਕਰੇਗਾ, ਜਾਂ 1 ਜਾਂ 2। ਤਾਂ ਇਸ ਨੂੰ ਆਈਦਰੋਰ ਵਾਲਾ ਕੇਸ ਵੀ ਆਪਾਂ ਆਖ ਦਿੰਦੇ ਹਾਂ। ਫਰੈਂਡਸ ਇਸ ਦੇ ਵਿੱਚ ਕੀ ਹੁੰਦਾ ਹੈ, ਜਿਸ ਤਰ੍ਹਾਂ ਮੈਂ ਸਟੇਟਮੈਂਟਸ ਇਸ ਦੀਆਂ ਡਰਾ ਕਰਾਂ ਤਾਂ ਆਲ ਜੰਗਲਸ ਆਰ ਟਾਈਗਰਸ,
ऑल जंगल्स आर टाइगर, तो जंगल्स ਨੂੰ ਆਪਾਂ इंटरनल ड्रा करांगे एंड उसके आउटर टाइगर्स ड्रा कर देवांगे रूल के अकॉर्डिंग। सम टाइगर्स आर हॉर्सेस, कुछ टाइगर्स जो हैं वह हॉर्सेस हैं, तो टाइगर एंड हॉर्सेस के नाल सम वाला रिलेशन बन गया। तो इसे डायग्राम में फ्रेंड्स मैं एक तरीके नाल होर भी ड्रा कर सकदा, जिस तरह ऑल जंगल्स आर टाइगर्स एंड सम हॉर्सेस आर टाइगर्स। तो इस तरीके नाल भी मैं इसनूं ड्रा कर सकदा। हुण फ्रेंड्स इसनूं अगर ध्यान नाल देखिए तो अगर मैं फस्ट डायग्राम नूं सही मन के चलदा तो मेरा फस्ट जो कंकलूजन होगा वह रोंग हो जाएगा। जिस तरह सम हॉर्सेस आर जंगल्स, सम हॉर्सेस आर जंगल्स फ्रेंड्स किसी भी तरह का कोई इंटरसेक्शन नहीं हो रही, तो फस्ट मेरा रोंग होगा। सैकेंड नो हॉर्सेस जंगल जो है मेरा वह राइट हो जाएगा। बट अगर मैं सैकेंड डायग्राम को देख के चलता है तो उसके अकॉर्डिंग सम हॉर्सेस आर जंगल, जिस तरह तुम देख रहे हो हॉर्स एंड जंगल के इंटरसेक्शन हो रही है, तो यह राइट हो जाएगा एंड नो हॉर्सेस जंगल वाला रोंग हो जाएगा। तो फ्रेंड्स हुण मेरे को कन्फ्यूजन है, मेरे को दो ही तरीके है वैन डायग्राम को ड्रा करने के, या फस्ट मैथड है या सैकेंड है, तो किसी ना किसी तरीके नाल तां मैनूं ड्रा करनी पवेगा। तो जो इस तरह की पोजीशन आ जाती है अपने को कनकलूजन के दोनों ऑब्जैक्ट सेम हो, हॉर्स जंगल या कुछ होर भी हो सकते हैं, एक सम हो एक नो हो, तो दोनों चो एक फॉलो करेगा। तो इसका जो अपना आंसर होगा वो होगा आइदर 1 और 2 फॉलो, मीनस फस्ट एंड सैकेंड दोनों के विचों एक फॉलो करेगा, या 1 फॉलो करेगा कनकलूजन या 2 फॉलो करेगा। तो इस तरीके नाल फ्रेंड्स जो क्वेश्चन हैं 50-50 वाले उन्होंने तुसीं खास ध्यान रखना होंदा है ਤਾਂ जो किसी भी तरह की मिसटेक ना हो। आओ इसकी एक होर एग्जाम्पल देखते हैं। केस ऑफ 50-50 फ्रेंड्स सब तो पहले जिन्ने भी कनकलूजन ਆਪਾਂ ਨੂੰ गिवन ਹੁੰਦੇ ਆ ਤੁਸੀਂ ਉਹਨਾਂ ਦੇ ਵਿੱਚੋਂ सब तो पहला ਇਹ जी कनकलूजन फाइंड आउट करने हैं ਜਿਹਦੇ ਵਿੱਚ 2 ऑब्जेक्ट सेम होਣ एंड एक च सम ਹੋਵੇ एक ਦੇ ਵਿੱਚ नो ਹੋਵੇ। जिस तरह ਤੁਸੀਂ देख रहे हो अगर आप इसका सैकेंड कनकलूजन वॉच करिए तो इस दे विच वैल एंड रिवर्स है, एंड अगर लास्ट वॉच करिए तो इस दे विच भी वैल एंड रिवर है, दोनों ऑब्जेक्ट फ्रेंड सेम हो गए, एक कंडीशन कंप्लीट होगी एंड सैकेंड एक दे विच सम है एक दे विच नो है। तो इसका मतलब जो सैकेंड एंड फोर्थ कनकलूजन है फ्रेंड्स ये ऑलवेज कंबाइन करके सॉल्व होंगे, कदे भी सिंगल सॉल्व नहीं होंगे। अगर फोर्थ कनकलूजन ना होंदा फिर कोई प्रॉब्लम नहीं सी, फिर आप सारे सिंगल करके सॉल्व कर देंगे। ਜਾਂ अगर सम वैल्स आर रिवर्स की थां ते सम वैल्स आर रिवर एंड फोर्थ ऑल वैल इज़ रिवर होंदा फिर भी कोई प्रॉब्लम नहीं सी। एक सम होवे एंड एक नो होवे एंड दोनों ऑब्जेक्ट सेम होण तो दोनों ऑलवेज कंबाइन करके आप सॉल्व करांगे। तो हुण फ्रेंड्स सब तो पहला इसकी वैन डायग्राम ड्रा करते हैं। ऑल ओशनस आर रिवर्स, सब तो पहला इत्थे ओशनस ड्रा करांगे, रिवर्स उसके उपर ड्रा कर देवांगे। सम स्प्रिंग्स आर रिवर्स, कुछ स्प्रिंग्स जो हैं वो रिवर्स हैं एंड ऑल वैल्स आर स्प्रिंग्स, सारे वैल फ्रेंड्स स्प्रिंग्स हैं तो वह स्प्रिंग्स के ड्रा करांगे वैल्स। तो इस तरीके नाल अपनी जो डायग्राम है कंप्लीट हो चुकी है। हुण आपां इसकी कनकलूजन देखते हैं। सब तो पहला आप सैकेंड एंड फोर्थ कनकलूजन ही देखते हैं फ्रेंड्स। सम वैल्स आर रिवर्स, कुछ वैल जो हैं वो रिवर्स हैं फ्रेंड्स। अगर इस डायग्राम को देखिए रिवर्स एंड वैल दे विच किसी भी तरह का कोई रिलेशन नहीं बन रहा तो सैकेंड कनकलूजन जो होगा वो रोंग होगा। एंड फोर्थ नो वैल इज़ रिवर, कोई भी वैल रिवर नहीं बन रहा तो लास्ट जो कनकलूजन होगा वो राइट होगा। बट अगर फ्रेंड्स सेम डायग्राम को मैं इस तरीके नाल ड्रा कर दिंदा, जिस तरह देखो दोबारा आप ड्रा कर रहे हैं। ऑल ओशनस आर रिवर्स, ऑल ओशनस आर रिवर्स, ऑल बेल्स आर सम स्प्रिंग्स आर रिवर्स, some springs are rivers, all wells are springs and wells जो मैं इस तरीके नाल ड्रा कर देंगे इत्थे। तो ये मेरी सैकेंड स्टेटमेंट है जो कंप्लीट हो चुकी है। तो हुण जदों आपां इन्हां नूं देखांगे सैकेंड डायग्राम देखांगे सम वैल्स आर रिवर्स, कुछ वैल जो रिवर्स हैं फ्रेंड्स बन रहे हैं तो इसका मतलब सैकेंड कनकलूजन मेरा राइट होगा। नो वैल इज़ रिवर इस दे अकॉर्डिंग देखांगे तो कोई भी वैल रिवर नहीं है, जदों कि इत्थे है तो सैकेंड फोर्थ कनकलूजन जो मेरा होगा वो रोंग हो जाएगा। इस तरह ਜਾਂ मैं डायग्राम फस्ट मैथड नाल बनावांगा या सैकेंड दे नाल, दोनों के विचों एक तरीका मैनूं अपलाई करना पवेगा तो कनकलूजन भी दोनों के विचों एक फॉलो होगा, आइदर सैकेंड और फोर्थ।
अगर इस तो इलावा ਜਿਹੜੇ ਰਹਿ ਗਏ ਉਹਨਾਂ ਨੂੰ ਆਪਾਂ ਸਿੰਗਲ ਹੀ ਸੋਲਵ ਕਰਾਂਗੇ। ਜਿਸ ਤਰ੍ਹਾਂ ਫਸਟ ਕਨਕਲੂਜਨ ਜੋ ਹੈ ਸਮ ਸਪਰਿੰਗਸ ਆਰ ਓਸ਼ਨਸ, ਕੁਝ ਸਪਰਿੰਗ ਓਸ਼ਨਸ ਹਨ ਫਰੈਂਡਸ, ਇਹ ਨਹੀਂ ਬਣ ਰਹੇ ਤਾਂ ਇਸ ਲਈ ਇਹ ਵੀ ਰੋਂਗ ਹੋਵੇਗਾ। ਐਂਡ ਸਮ ਰਿਵਰਸ ਆਰ ਓਸ਼ਨਸ, ਕੁਝ ਰਿਵਰਸ ਜੋ ਹਨ ਉਹ ਓਸ਼ਨਸ ਹਨ, ਤਾਂ ਇਸ ਨੂੰ ਆਪਾਂ ਅਗਰ ਧਿਆਨ ਨਾਲ ਦੇਖੀਏ ਸਮ ਰਿਵਰਸ ਆਰ ਓਸ਼ਨਸ ਨਹੀਂ ਬਣ ਰਹੀਆਂ ਜਾਂ ਬਣ ਰਹੀਆਂ। ਅਗਰ ਫਰੈਂਡਸ ਰਿਵਰਸ ਦੇ ਵਿੱਚੋਂ ਥੋੜ੍ਹਾ ਜਿਹਾ ਪਾਰਟ ਦੇਖੀਏ ਤਾਂ ਉਹ ਓਸ਼ਨ ਦਾ ਹੈ, ਤਾਂ ਇਹ ਹੈ ਮੀਨਸ ਸਮ ਰਿਵਰਸ ਜੋ ਹਨ ਉਹ ਓਸ਼ਨਸ ਹਨ, ਤਾਂ ਥਰਡ ਕਨਕਲੂਜਨ ਜੋ ਆਪਣਾ ਰਾਈਟ ਹੋਵੇਗਾ। ਤਾਂ ਇਸ ਦਾ ਜੋ ਫਾਈਨਲ ਆਨਸਰ ਆਵੇਗਾ ਉਹ ਆਪਣਾ ਥਰਡ ਫੋਲੋ ਐਂਡ ਆਈਦਰ 2 ਔਰ 4 ਫੋਲੋ, ਮੀਨਸ ਇੱਕ ਤਾਂ ਆਪਣਾ ਥਰਡ ਕਨਕਲੂਜਨ ਫੋਲੋ ਕਰੇਗਾ ਐਂਡ 2 ਐਂਡ 4th ਦੇ ਵਿੱਚੋਂ ਇੱਕ ਫੋਲੋ ਕਰੇਗਾ। ਤਾਂ ਇਹ ਸੀਗੇ 50-50 ਵਾਲੇ ਕੇਸ। ਇਸ ਤੋਂ ਇਲਾਵਾ ਫਰੈਂਡਸ ਇਸ ਦੇ ਕੁਝ ਕੁ ਪੋਸੀਬਿਲਿਟੀ ਵਾਲੇ ਕੇਸ ਵੀ ਹੁੰਦੇ ਹਨ, ਉਹਨਾਂ ਲਈ ਆਪਾਂ ਅਲੱਗ ਤੋਂ ਵੀਡੀਓ ਬਣਾਵਾਂਗੇ ਪਾਰਟ 2 ਸੈਲੋਇਜ਼ਮ ਦਾ। ਤਾਂ ਇਸ ਦੇ ਲਈ ਅੱਜ ਦੇ ਲਈ ਸਿਰਫ ਇੰਨਾ ਕਿ ਤੁਸੀਂ ਇਸ 'ਤੇ ਬੇਸਡ ਜੋ ਵੀ ਕੁਐਸਚਨ ਹਨ ਉਹ ਕਿਸੇ ਵੀ ਬੁੱਕ ਦੇ ਵਿੱਚੋਂ ਸੋਲਵ ਕਰਕੇ ਦੇਖੋ ਤਾਂ ਜੋ ਤੁਹਾਡੀ ਪ੍ਰੈਕਟਿਸ ਵੱਧ ਤੋਂ ਵੱਧ ਹੋ ਸਕੇ। ਤਾਂ RS ਅਗਰਵਾਲ ਇੱਕ ਬੈਸਟ ਬੁੱਕ ਹੈ ਜਿਸ ਦੇ ਵਿੱਚ ਤੁਸੀਂ ਕੁਐਸਚਨ ਸੋਲਵ ਕਰਕੇ ਦੇਖ ਸਕਦੇ ਹੋ, ਜਾਂ ਹੋਰ ਕੋਈ ਵੀ ਬੁੱਕ ਜੋ ਹੈ ਉਸ ਨੂੰ ਓਪਨ ਕਰਕੇ ਕਿਸੇ ਵੀ ਤਰ੍ਹਾਂ ਦੇ ਕੁਐਸਚਨ ਸੋਲਵ ਕਰ ਸਕਦੇ ਹੋ ਤੁਸੀਂ ਇਸ ਟੌਪਿਕ 'ਤੇ ਬੇਸਡ। ਤਾਂ ਥੈਂਕਸ ਫॉर ਵਾਚਿੰਗ। ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਐਂਡ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਆ ਕਰੋ ਤਾਂ ਜੋ ਨੋਟੀਫਿਕੇਸ਼ਨ ਤੁਹਾਨੂੰ ਵੀਡੀਓਜ਼ ਦੀ ਨਾਲ ਮਿਲਦੀ ਰਹੇ ਜਦੋਂ ਵੀ ਅਪਲੋਡ ਕੀਤੀ ਜਾਊਗੀ। ਥੈਂਕਸ।